ਸਤਿ ਸ਼੍ਰੀ ਅਕਾਲ। ਅਸੀਂ ਆਪਣੇ ਇਸ ਪ੍ਰੋਗਰਾਮ ਦੇ ਤਹਿਤ ਤੁਹਾਨੂੰ ਹਰ ਵਾਰ ਮਿਲਾਉਂਦੇ ਹਾਂ ਇੱਕ ਅਜਿਹੀ ਸ਼ਖਸੀਅਤ ਦੇ ਨਾਲ ਜਿਨ੍ਹਾਂ ਦੀ ਕਿ ਸਾਡੇ ਸਮਾਜ ਨੂੰ ਇੱਕ ਬਹੁਤ ਵੱਡੀ ਦੇਣ ਹੁੰਦੀ ਹੈ, ਜਿਨ੍ਹਾਂ ਨੇ ਆਪਣੇ ਯੋਗਦਾਨ ਦੇ ਨਾਲ ਆਪਣੇ ਆਪ ਨੂੰ ਐਜ਼ ਐਨ ਐਗਜ਼ਾਮਪਲ ਸੈੱਟ ਕੀਤਾ ਹੁੰਦਾ ਹੈ। ਇਸੇ ਹੀ ਮਕਸਦ ਨੂੰ ਮੁੱਖ ਰੱਖਦੇ ਹਾਂ ਅੱਜ ਸਾਡੇ ਸਟੂਡੀਓ ਵਿੱਚ ਸਾਡੇ ਨਾਲ ਮੌਜੂਦ ਨੇ ਮੈਡਮ ਸੁਖਬੀਰ ਕੌਰ ਬਰਾੜ ਜੀ, ਜਿਹੜੇ ਕਿ ਡਿਸਟ੍ਰਿਕਟ ਫਰੀਦਕੋਟ ਦੇ ਪਿੰਡ ਹਰੀਨੋ ਨੂੰ ਬਿਲੋਂਗ ਕਰਦੇ ਨੇ। ਮੈਡਮ ਐਜ਼ ਅ ਸਪੋਰਟਸ ਪਰਸਨ ਸਾਡੇ ਸਮਾਜ ਵਿੱਚ, ਸਾਡੇ ਪੰਜਾਬ ਵਿੱਚ ਜਾਣੇ ਜਾਂਦੇ ਨੇ। ਮੈਡਮ ਨੇ ਹਾਕੀ ਦੇ ਨਾਲ ਪੰਜਾਬ ਦੀ ਪਹਿਲੀ ਔਰਤ ਜਿਨ੍ਹਾਂ ਨੇ ਕਿ ਸਕਾਈ ਡਾਈਵਿੰਗ ਕੀਤੀ ਹੈ ਦਾ ਮਾਣ ਮਿਲਿਆ ਹੈ। ਮੈਡਮ ਅੱਗੇ ਆਪਣੇ ਨਾਲ ਮਿਸ਼ਨ ਲੈ ਕੇ ਚੱਲੇ ਨੇ ਥੈਲੋਸੀਮੀਆ ਦਾ। ਥੈਲੋਸੀਮੀਆ ਇੱਕ ਅਜਿਹੀ ਡਿਜ਼ੀਜ਼ ਹੈ ਜਿਸ ਵਿੱਚ ਕਿ ਜਿਸ ਪਰਸਨ ਨੂੰ ਇਹ ਡਿਜ਼ੀਜ਼ ਹੋ ਜਾਂਦੀ ਹੈ ਉਹਨਾਂ ਨੂੰ ਬਾਰ-ਬਾਰ ਜਿਹੜਾ ਬਲੱਡ ਉਹਨਾਂ ਦਾ ਬਦਲਿਆ ਜਾਂਦਾ ਹੈ। ਮੈਡਮ ਜਿੱਥੇ ਕਿ ਇੱਕ ਗੇਮਸ ਦੇ ਨਾਲ, ਇੱਕ ਸਪੋਰਟਸ ਦੇ ਨਾਲ, ਇੱਕ ਡਿਸਿਪਲਿਨਡ ਲਾਈਫ ਦੇ ਨਾਲ ਅਟੈਚਡ ਨੇ, ਉੱਥੇ ਇਹਨਾਂ ਦਾ ਇੱਕ ਸੋਸ਼ਲ ਜਿਹੜਾ ਹੈ ਮੋਟਿਵ ਹੈ ਉਹ ਆਪਣੇ ਨਾਲ ਲੈ ਕੇ ਚੱਲੇ ਨੇ। ਆਓ ਇੱਕ ਮੁਲਾਕਾਤ ਕਰਦੇ ਹਾਂ ਮੈਡਮ ਸੁਖਬੀਰ ਕੌਰ ਬਰਾੜ ਜੀ ਦੇ ਨਾਲ। ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਮੈਮ, ਜਿਵੇਂ ਕਿ ਤੁਸੀਂ ਇੱਕ ਐਜ਼ ਅ ਗਰਲ ਸਪੋਰਟਸ ਪਰਸਨ ਸਾਡੇ ਸਮਾਜ ਵਿੱਚ ਆਏ ਹੋ। ਹਾਂਜੀ। ਮੈਂ ਜਾਣਨਾ ਚਾਹੁੰਦੀ ਹਾਂ ਕਿ ਤੁਸੀਂ ਪਹਿਲਾਂ ਮੈਨੂੰ ਆਪਣੇ ਪਰਿਵਾਰ ਬਾਰੇ, ਆਪਣੀ ਫੈਮਿਲੀ ਬਾਰੇ ਦੱਸੋ ਕਿ ਤੁਹਾਨੂੰ ਇਹ ਮੋਟੀਵੇਸ਼ਨ, ਇੰਸਪੀਰੇਸ਼ਨ ਕਿਵੇਂ ਮਿਲੀ? ਹਾਂਜੀ, ਮੇਰੀ ਜਨਮ ਭੂਮੀ ਪਿੰਡ ਹਰੀਨੋ, ਡਿਸਟ੍ਰਿਕਟ ਫਰੀਦਕੋਟ, ਔਰ ਮੇਰੀ ਫੈਮਿਲੀ ਇੱਕ ਕਿਸਾਨ ਫੈਮਿਲੀ ਹੈ। ਬਹੁਤ ਛੋਟੇ ਪਿੰਡ ਦੀ ਫੈਮਿਲੀ ਕਹਿ ਸਕਦੇ ਹਾਂ, ਪਿੰਡ ਦੀ ਫੈਮਿਲੀ ਤੋਂ ਬਿਲੋਂਗ ਕਰਦੀ ਹਾਂ। ਔਰ ਮੇਰੀ ਸਕੂਲਿੰਗ ਵੀ ਮੇਰੇ ਪਿੰਡ ਤੋਂ ਹੀ ਹੋਈ ਹੈ। +2 ਤੱਕ ਮੈਂ ਸਕੂਲਿੰਗ ਆਪਣੇ ਪਿੰਡ ਹਰੀਨੋ ਤੋਂ ਕੀਤੀ ਹੋਈ ਹੈ। ਬਾਕੀ ਜੋ ਕਾਲਜ ਦੀ ਸਟੱਡੀ ਹੈ ਮੈਂ ਪ੍ਰਾਈਵੇਟ ਕੀਤੀ ਹੋਈ ਹੈ। ਔਰ ਸਕੂਲਿੰਗ ਟਾਈਮ ਤੋਂ ਹੀ ਮੈਂ ਸੋਸ਼ਲ ਐਕਟੀਵਿਟੀ ਕਰਦੀ ਆ ਰਹੀ ਹਾਂ ਔਰ ਸਪੋਰਟਸ ਐਕਟੀਵਿਟੀ ਕਰਦੀ ਆ ਰਹੀ ਹਾਂ। ਫੈਮਿਲੀ ਦੇ ਵਿੱਚ, ਪਰਿਵਾਰ ਦੇ ਵਿੱਚ ਕਿਹਦਾ ਜ਼ਿਆਦਾ ਯੋਗਦਾਨ ਸੀਗਾ ਕਿ ਤੁਹਾਨੂੰ ਮੋਟੀਵੇਸ਼ਨ ਮਿਲੀ ਹੈ? ਹਾਂਜੀ ਬੇਟਾ ਅੱਗੇ ਆਓ, ਸਟੱਡੀਜ਼ ਤੋਂ ਇਲਾਵਾ ਤੁਸੀਂ ਸਪੋਰਟਸ ਵਿੱਚ ਆਓ। ਸਕੂਲਿੰਗ ਟਾਈਮ ਮੈਂ 6th ਕਲਾਸ ਸੀ ਜਦੋਂ ਕਿ ਮੈਂ ਹਾਕੀ ਔਰ ਸੋਸ਼ਲ ਐਕਟੀਵਿਟੀ ਸਟਾਰਟ ਕਰਦੀ ਹਾਂ। ਪਰ ਸਟਾਰਟਿੰਗ ਦੇ ਵਿੱਚ ਤਾਂ ਮੈਨੂੰ ਬਹੁਤ ਜ਼ਿਆਦਾ ਸਟਰਗਲ ਕਰਨਾ ਪਿਆ, ਕਿਉਂਕਿ ਇੱਕ ਪਿੰਡ 'ਚ ਰਹਿਣ ਦੇ ਹੋਣ ਦੇ ਕਾਰਨ ਕਿ ਫੈਮਲੀਜ਼ ਇਹਨਾਂ ਚੀਜ਼ਾਂ ਨੂੰ ਨਹੀਂ ਅਡੋਪਟ ਨਹੀਂ ਕਰਦਾ, ਕਿਉਂਕਿ ਉਹ ਹਮੇਸ਼ਾ ਇਹ ਕਹਿੰਦੇ ਕਿ ਨਹੀਂ ਸਾਡਾ ਸਮਾਜ ਇਹਨਾਂ ਕੁੜੀਆਂ ਨੂੰ ਅੱਗੇ ਨਹੀਂ ਜਾ ਸਕਦੀਆਂ, ਕੁੜੀਆਂ ਐ ਨਹੀਂ ਕਰ ਸਕਦੀਆਂ। ਮੈਂ ਉਸ ਟਾਈਮ ਇੱਕ ਸਟਰਗਲ ਦੇ ਤੌਰ 'ਤੇ ਲੈ ਕੇ ਚੱਲ ਰਹੀ ਹਾਂ ਔਰ ਅੱਜ ਮੈਂ ਇੱਥੋਂ ਤੱਕ ਪਹੁੰਚੀ ਹਾਂ। ਜੇ ਸਕੂਲ ਟਾਈਮ ਮੈਂ ਸਟਰਗਲ ਨਾ ਕਰਦੀ, ਇੱਕ ਪਿੰਡ 'ਚ ਉੱਠ ਕੇ ਇੱਥੋਂ ਤੱਕ ਸਟਰਗਲ ਨਾ ਕਰਦੀ, ਮੈਂ ਇੱਥੋਂ ਤੱਕ ਨਾ ਪਹੁੰਚਦੀ, ਕਿਉਂਕਿ ਮੈਨੂੰ ਪਤਾ ਵੀ ਮੈਂ ਸਕੂਲ ਟਾਈਮ ਕਿੰਨਾ ਸਟਰਗਲ ਕੀਤਾ ਕਿ ਈਵਨ ਕਿ ਉਸ ਟਾਈਮ ਮੇਰੀ ਫੈਮਿਲੀ ਵੀ ਮੇਰੇ ਨਾਲ ਨਹੀਂ ਖੜਦੀ ਸੀ। ਕਿਉਂਕਿ ਉਹਨਾਂ ਨੂੰ ਇਹ ਲੱਗਦਾ ਸੀ ਕਿ ਜੇ ਅਸੀਂ ਸਮਾਜ ਦੀਆਂ ਕੁਰੀਤੀਆਂ ਦੇ ਵਿਰੁੱਧ ਬੋਲਦੇ ਹਾਂ ਤੇ ਉਹ ਸਮਾਜ ਨੂੰ ਲੋਕਾਂ ਨੂੰ ਇਹ ਲੱਗਦਾ ਕਿ ਅਸੀਂ ਬਾਗੀ ਹੋ ਗਏ ਹਾਂ। ਬਿਲਕੁਲ, ਕਿਉਂਕਿ ਜੋ ਪਿੰਡਾਂ ਵਾਲਾ ਪਹਿਲਾਂ ਵਾਲਾ ਸਮਾਜ ਸੀ ਨਾ, ਪਿੰਡਾਂ ਵਾਲਾ, ਕਿਉਂਕਿ ਕੁੜੀਆਂ ਨੂੰ ਬਿਲਕੁਲ ਵੀ ਅੱਗੇ ਨਹੀਂ ਆਉਣ ਦਿੰਦਾ ਸੀਗਾ, ਕਿਉਂਕਿ ਇਹ ਸੋਚਦੇ ਸੀ ਵੀ ਜੇ ਸਾਡੀ ਕੁੜੀ ਘਰ ਤੋਂ ਬਾਹਰ ਜਾਏਗੀ ਸਾਡੇ ਸਮਾਜ 'ਤੇ ਇੱਕ ਕਲੰਕ ਹੋਏਗਾ। ਕਿਉਂਕਿ ਉਹੀ ਕਹਿੰਦੇ ਸੀ ਵੀ ਕੁੜੀ ਸਾਡੀ ਚਾਰ ਦੀਵਾਰੀ ਦੇ ਵਿੱਚ ਹੀ ਰਵੇ ਤੇ ਫਿਰ ਸਾਡਾ ਸਮਾਜ ਸਾਡੀ ਸਹੂਲਤ ਕਰੇਗਾ ਵੀ ਹਾਂ ਇਹਨਾਂ ਦੀ ਕੁੜੀ ਬਹੁਤ ਚੰਗੀ ਹੈ। ਔਰ ਫਿਰ ਵੀ ਮੈਂ ਇਹਨਾਂ ਚੀਜ਼ਾਂ ਨੂੰ ਗਲਤ ਸਾਬਤ ਕਰਦੇ ਹੋਏ ਮੈਂ ਗਰਾਊਂਡ ਐਕਟੀਵਿਟੀ ਸਟਾਰਟ ਕੀਤੀ ਹੈ। ਕਿਉਂਕਿ ਮੈਨੂੰ ਲੱਗਦਾ ਕਿ ਜੇ ਸਪੋਰਟਸ ਕਰਨੀ ਹੈ ਤਾਂ ਤੁਹਾਡਾ ਮੈਕਸਿਮਮ ਟਾਈਮ ਜਿਹੜਾ ਹੈਗਾ ਆ ਉਹ ਘਰ ਤੋਂ ਬਾਹਰ ਤੇ ਗਰਾਊਂਡ ਦੇ ਵਿੱਚ ਹੀ ਨਿਕਲੂਗਾ। ਹਾਂਜੀ, ਮੇਨ ਇੱਕ ਹੁੰਦਾ ਇੱਕ ਗਰਾਊਂਡ ਦੇ ਵਿੱਚ ਨਿਕਲਣਾ, ਇੱਕ ਤੁਹਾਡੇ ਪੇਰੈਂਟਸ ਦਾ ਔਰ ਤੁਹਾਡੀ ਫੈਮਿਲੀ ਦਾ ਡਾਈਟ, ਕਿਉਂਕਿ ਤੁਹਾਨੂੰ ਪਤਾ ਕਿ ਪਹਿਲਾਂ ਵਾਲੇ ਸਮੇਂ ਸੀ ਕਿ ਲੜਕਿਆਂ ਦੇ ਘੱਟ ਵਿੱਚ ਖਾਣ ਦਿੱਤਾ ਜਾਂਦਾ ਸੀ ਵੀ, ਕਿਉਂਕਿ ਕੁੜੀਆਂ ਨੇ ਅਗਲੇ ਘਰੇ ਜਾਣਾ ਤੇ ਉਹ ਕਹਿਣਗੇ ਤੁਹਾਡੀ ਕੁੜੀ ਬਹੁਤ ਖਾਂਦੀ ਹੈ। ਕਿਉਂਕਿ ਮੈਂ ਇੱਕ ਆਮ ਚੀਜ਼ ਦੇਖੀ ਕਿ ਪੁਰਾਣੇ ਬਜ਼ੁਰਗ ਇਹੀ ਚੀਜ਼ ਕਹਿੰਦੇ ਹੁੰਦੇ ਸੀ ਕਿ ਵੀ ਕੁੜੀਆਂ ਨੂੰ ਘੱਟ ਖਾਣ ਨੂੰ ਦਿਓ, ਮੁੰਡੇ ਨੂੰ ਜ਼ਿਆਦਾ ਦਿਓ। ਤੁਹਾਡੀ ਗੱਲ ਨਾਲ ਤੁਸੀਂ ਕਹਿੰਦੇ ਹੋ ਕਿ ਸਾਡੇ ਅੱਜ ਕੱਲ੍ਹ ਕੁੜੀਆਂ ਗੇਮਸ ਕਿਉਂ ਨਹੀਂ ਆ ਰਹੀਆਂ, ਕਿਉਂਕਿ ਇੱਕ ਸਾਡਾ ਸਪੋਰਟਸ ਵਿੱਚ ਜੋ ਮੇਨ ਮੁੱਦਾ ਬਣਿਆ ਹੈ ਕਿ ਡਾਈਟ ਨਹੀਂ ਦਿੱਤੀ ਜਾਂਦੀ। ਸਿਟੀਜ਼ ਤਾਂ ਅਵੇਅਰਨੈਸ ਥੋੜ੍ਹੀ ਹੋ ਗਈ ਹੈ, ਪਰ ਪਿੰਡਾਂ ਵਿੱਚ ਫਿਰ ਵੀ ਹਾਲੇ ਤੱਕ ਲੜਕੀਆਂ ਨੂੰ ਪ੍ਰੋਪਰ ਡਾਈਟ ਨਹੀਂ ਦਿੱਤੀ ਜਾਂਦੀ। ਹਾਂ, ਕਿਉਂਕਿ ਐਜੂਕੇਸ਼ਨ ਫੀਲਡ ਦੇ ਵਿੱਚ ਕਾਫੀ ਅਵੇਅਰਨੈਸ ਹੋ ਗਈ ਹੋਈ ਹੈ। ਮੈਨੂੰ ਲੱਗਦਾ ਕਿ ਸਪੋਰਟਸ ਫੀਲਡ ਦੇ ਵਿੱਚ ਕਿਉਂਕਿ ਕੁੜੀਆਂ ਨੂੰ ਟੀਮਸ ਨੂੰ ਬਾਹਰ ਜਾਣਾ, ਸਟੇ ਕਰਨਾ, ਉੱਥੇ ਬੱਚਿਆਂ ਨੂੰ ਕਿੱਦਾਂ ਦਾ ਐਟਮੋਸਫੇਅਰ ਮਿਲ ਰਿਹਾ, ਇਹ ਕਾਫੀ ਚੀਜ਼ਾਂ ਜਿਹੜੀਆਂ ਪੇਰੈਂਟਸ ਦੇਖਦੇ ਨੇ, ਨੋਟ ਕਰਦੇ ਨੇ ਔਰ ਫਿਰ ਸੋਚਿਆ ਜਾਂਦਾ ਹੈ ਕਿ ਹੁਣ ਬੱਚੇ ਨੂੰ ਇਸ ਫੀਲਡ ਵਿੱਚ ਭੇਜਿਆ ਜਾਵੇ ਜਾਂ ਨਾ। ਤੁਹਾਡੀ ਗੱਲ, ਹਾਂ, ਕੁਝ ਲੜਕੀਆਂ ਅੱਗੇ ਵੀ ਆਉਣਾ ਚਾਹੁੰਦੀਆਂ। ਪੇਰੈਂਟਸ, ਜਿਵੇਂ ਤੁਸੀਂ ਕਿਹਾ ਕਿ ਹਾਂ ਪੇਰੈਂਟਸ ਦੇਖ ਰਹੇ ਨੇ ਕਿ ਕਿਸ ਤਰ੍ਹਾਂ ਦੇ ਵੈਦਰ 'ਚ ਰਹਿ ਰਹੇ ਨੇ, ਕੀ ਉਹਨਾਂ ਨੂੰ ਖਾਣ ਨੂੰ ਮਿਲ ਰਿਹਾ। ਜੇਕਰ ਉਹਨਾਂ ਨੂੰ ਚੰਗਾ ਖਾਣ ਨੂੰ ਨਹੀਂ ਮਿਲਦਾ, ਉਹਨਾਂ ਨੂੰ ਚੰਗਾ ਮਾਹੌਲ ਨਹੀਂ ਮਿਲਦਾ, ਕਿ ਸਾਡੇ ਜਿਹੜੇ ਪੇਰੈਂਟਸ ਹੁੰਦੇ ਨੇ ਉਹ ਬਾਹਰ ਜਾਣਾ ਅਲਾਉ ਨਹੀਂ ਕਰਦੇ। ਜੇਕਰ ਤੁਹਾਨੂੰ ਚੰਗਾ ਮਾਹੌਲ ਮਿਲੇਗਾ, ਤੁਹਾਨੂੰ ਚੰਗਾ ਖਾਣ ਪੀਣ ਨੂੰ ਮਿਲੇਗਾ ਤੇ ਤੁਹਾਡੇ ਪੇਰੈਂਟਸ ਆਪਣੀ ਹੀ ਆਪ ਤੁਹਾਨੂੰ ਅੱਗੇ ਜਾਣ ਦੇਣਗੇ। ਕੁਝ ਹੱਦ ਤੱਕ ਮੈਂ ਵੀ ਕਹਿੰਦੀ ਹਾਂ ਕਿ ਪੇਰੈਂਟਸ ਬਹੁਤ ਗਲਤ ਹੁੰਦੇ ਨੇ ਕਿ ਲੜਕੀਆਂ ਨੂੰ ਅੱਗੇ ਨਹੀਂ ਜਾਣ ਦਿੰਦੇ, ਕਿਉਂਕਿ ਜੋ ਮੇਰਾ ਏਰੀਆ, ਮੈਂ ਮਾਲਵੇ ਏਰੀਆ ਤੋਂ ਬਿਲੋਂਗ ਕਰਦੀ ਹਾਂ,
ਕਿ ਲੜਕੀਆਂ ਨੂੰ ਬਹੁਤ ਘੱਟ ਅੱਗੇ ਆਉਣ ਦਿੱਤਾ ਜਾਂਦਾ ਹੈ। ਕਿਉਂਕਿ ਸਾਡਾ ਜੋ ਏਰੀਆ ਹੈ ਬਹੁਤ ਰੂਡ ਹੈ, ਫਰੀਦਕੋਟ ਏਰੀਆ, ਕਿਉਂਕਿ ਲੜਕੀਆਂ ਨੂੰ +2 ਤੋਂ ਬਾਅਦ ਕਹਿ ਦਿੱਤਾ ਜਾਂਦਾ ਕਿ ਲੜਕੀ ਦੀ ਮੈਰਿਜ ਕਰ ਦਿਓ। ਹਾਂ, ਉਹ ਵੀ ਨਾ ਐਜੂਕੇਸ਼ਨ ਦੇ ਫੀਲਡ ਵਿੱਚ Education ਆ ਰਹੀ ਹੈ, ਔਰ ਸਪੋਰਟਸ ਹਾਂਜੀ, ਦੇ ਹਾਂ। ਵਿੱਚ ਮੈਨੂੰ ਲੱਗਦਾ ਕਿ ਬਹੁਤ ਜਲਦੀ ਇਹ ਚੇਂਜ ਜਿਹੜੀ ਹੈ ਆਉਣ ਵਾਲੀ ਹੈਗੀ, ਤਬਦੀਲੀ ਹਾਂਜੀ, ਆਉਣ ਹਾਂ। ਵਾਲੀ ਹੈਗੀ ਹੈ ਔਰ ਉਸ ਦੀ ਮੈਨੂੰ ਲੱਗਦਾ ਕਿ ਸ਼ੁਰੂਆਤ ਹੋ ਚੁੱਕੀ ਹੈ ਤੁਹਾਡੇ ਕੋਲੋਂ। ਤੁਸੀਂ ਐਜ਼ ਇੱਕ ਮੋਟੀਵੇਸ਼ਨ, ਇੱਕ ਹਾਂਜੀ ਉਹਨਾਂ ਨੂੰ ਚਾਨਣ ਮੁਨਾਰਾ ਲੜਕੀਆਂ ਦੇ ਲਈ ਤੁਸੀਂ ਸਿੱਧ ਹੋਵੋਗੇ। ਹਾਂਜੀ ਔਰ ਸੁਖਬੀਰ ਕੌਰ ਜੀ, ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦੀ ਹਾਂ ਕਿ ਤੁਸੀਂ ਇੱਕ ਪਿੰਡ ਦੇ ਵਿੱਚੋਂ ਇੱਕ ਹਾਂਜੀ। ਲੜਕੀ ਦਾ ਸਪੋਰਟਸ ਲਾਈਨ ਦੇ ਵਿੱਚ ਆ ਜਾਣਾ, ਮੈਨੂੰ ਲੱਗਦਾ ਹਾਂਜੀ। ਕਿ ਇਹ ਤਾਂ ਆਪਣੇ ਆਪ ਵਿੱਚ ਹੀ ਇੱਕ ਸਟਰਗਲ ਹੈ ਸਾਡੀ ਕਿਉਂਕਿ ਸੁਸਾਇਟੀ। ਪਿੰਡਾਂ ਵਿੱਚ ਲੜਕੀਆਂ ਨੂੰ ਜ਼ਿਆਦਾ ਸਪੋਰਟ ਨਹੀਂ ਕੀਤਾ ਜਾਂਦਾ ਕਿ +2 ਤੋਂ ਬਾਅਦ ਹੀ ਉਹਨਾਂ ਨੂੰ ਘਰ ਬਿਠਾ ਦਿੱਤਾ ਜਾਂਦਾ ਹੈ। ਓਕੇ। ਔਰ ਇੱਕ ਗਰਾਊਂਡ ਔਰ ਇੱਕ ਸਪੋਰਟਸ ਔਰ ਇੱਕ ਸੋਸ਼ਲ ਐਕਟੀਵਿਟੀ ਨਾਲ ਲੈ ਕੇ ਚੱਲਣਾ ਤਾਂ ਉਹਦੇ ਲਈ ਇੱਕ ਫਿਰ ਬਹੁਤ ਔਖਾ ਹੋ ਜਾਂਦਾ ਹੈ। ਬਿਲਕੁਲ। ਇੱਕ ਆਮ ਲਾਈਫ ਜੀਣੀ ਤਾਂ ਇੱਕ ਪਿੰਡਾਂ ਵਿੱਚ ਸਿਟੀ 'ਚ ਤਾਂ ਫਿਰ ਵੀ ਦੇਖਿਆ ਜਾਵੇ ਤਾਂ ਕੁਝ ਲੋਕ ਅਵੇਅਰ ਹੋ ਗਏ ਨੇ, ਪਿੰਡਾਂ ਵਿੱਚ ਕੁਝ ਹੱਦ ਤੱਕ ਲੋਕ ਹਲੇ ਵੀ ਅਵੇਅਰ ਨਹੀਂ ਹੋਏ। ਓਕੇ। ਔਰ ਸਾਨੂੰ ਜ਼ਰੂਰਤ ਹੈ, ਮੈਨੂੰ ਲੱਗਦਾ ਕਿ ਸਾਡੇ ਸਮਾਜ ਨੂੰ, ਜਿੱਥੇ ਕਿਹਾ ਜਾਂਦਾ ਕਿ ਕੋਈ ਹਾਂਜੀ। ਫਰਕ ਨਹੀਂ ਲੜਕੇ ਲੜਕੀ ਦੇ ਵਿੱਚ, ਜਿੰਨਾ ਬੱਚੇ ਨੂੰ ਲੜਕੇ ਨੂੰ ਕੰਟਰੀਬਿਊਸ਼ਨ ਮਿਲਦੀ ਹੈਗੀ ਹੈ, ਹਾਂਜੀ, ਸਾਥ ਹਾਂ। ਮਿਲਦਾ ਹੈਗਾ ਆ ਹਾਂਜੀ। ਸਪੋਰਟਸ ਵਿੱਚ ਜਾਂ ਹੋਰ ਐਕਟੀਵਿਟੀਜ਼ ਦੇ ਵਿੱਚ ਅੱਗੇ ਆਉਣ ਦੇ ਹਾਂਜੀ। ਲਈ, ਮੈਨੂੰ ਲੱਗਦਾ ਹੈ ਕਿ ਲੜਕੀਆਂ ਨੂੰ ਵੀ ਇੱਕ ਬਰਾਬਰ ਦਾ ਅਧਿਕਾਰ ਹੋਣਾ ਹਾਂਜੀ ਚਾਹੀਦਾ ਹੈ। ਹਾਂਜੀ ਹਾਕੀ ਦੇ ਪਲੇਅਰ ਰਹੇ ਹੋ, ਹਾਂਜੀ। ਹਾਕੀ ਤੋਂ ਬਾਅਦ ਤੁਸੀਂ ਸਕਾਈ ਡਾਈਵਿੰਗ ਕੀਤੀ ਹੈ। ਹਾਂਜੀ ਤੁਹਾਨੂੰ ਮਾਣ ਮਹਿਸੂਸ ਹੋ ਰਿਹਾ ਹੈ ਕਿ ਪੰਜਾਬ ਦੀ ਤੁਸੀਂ ਪਹਿਲੀ ਔਰਤ ਹੋ ਸਕਾਈ ਡਾਈਵਿੰਗ ਦੇ ਹਾਂਜੀ। ਵਿੱਚ। ਤੁਸੀਂ ਮੈਨੂੰ ਇਸ ਬਾਰੇ ਕੁਝ ਦੱਸੋਗੇ ਪਲੀਜ਼? जिस तरह की मैं माउंटेनर है और मैं Okay. स्काई डाइवर जस्ट एक मेरे लिए उस टाइम मैंने पता ही नहीं ਸੀ ਕਿ ਮੈਂ ਪੰਜਾਬ ਦੀ ਫਸਟ ਮੂਵ ਮੈंने ਸਕਾਈ ਡਾਈਵ ਜੰਪ ਕਰਨ ਤੋਂ ਬਾਅਦ ਪਤਾ ਚੱਲਿਆ ਕਿ ਮੈਂ ਪੰਜਾਬ ਦੀ ਪਹਿਲੀ ਔਰਤ ਹਾਂ। ਦੈਟਸ ਗੁੱਡ। ਕਿਉਂਕਿ ਮੈਂ ਉਸ ਟਾਈਮ ਮੈਂ ਕਦੇ 에ਅਰਪਲੇਨ ਤੇ ਕਦੇ ਰਾਈਡ ਨਹੀਂ ਕੀਤਾ ਔਰ ਮੈਂ ਉਸ ਟਾਈਮ ਪਹਿਲੀ ਦਫਾ ਚੜੀ ਹਾਂ ਔਰ ਪਹਿਲੀ ਦਫਾ ਚੜੀ ਔਰ ਪਹਿਲੀ ਦਫਾ ਹੀ ਮੈਂ ਜੰਪ ਕੀਤਾ। ਦੈਟਸ ਗੁੱਡ। ਔਰ ਮੈਮ, ਜਿੱਦਾਂ ਕਿ ਤੁਸੀਂ ਪਹਿਲੇ ਹਾਕੀ ਪਲੇਅਰ ਸੀ, ਐਜ਼ ਹਾਂਜੀ, ਅ ਹਾਕੀ ਹਾਂ। ਪਲੇਅਰ ਦੇ ਵਿੱਚ ਤੁਸੀਂ ਇੱਦਾਂ ਆਪਣੀ ਗੇਮ ਚੇਂਜ ਕੀਤੀ ਹਾਂਜੀ, ਹੈਗੀ ਹਾਂ। ਆ, ਜਾਂ ਆਪਣਾ ਜਿਹੜਾ ਮਿਸ਼ਨ ਹੈਗਾ ਆ, ਇਹਦੇ ਹਾਂਜੀ। ਵਿੱਚ ਕੋਈ ਪ੍ਰੋਬਲਮ ਤਾਂ ਨਹੀਂ ਹੁੰਦੀ? ਨਹੀਂ, ਮੈਨੂੰ ਸਪੋਰਟਸਮੈਨ ਨੂੰ ਕਦੇ ਕੋਈ ਪ੍ਰੋਬਲਮ ਨਹੀਂ ਆਉਂਦੀ। ਭਲਾ ਦੀ ਤੁਸੀਂ ਇੱਕ ਟੀਮ ਵਰਕ ਕਰੋ, ਭਲਾ ਦੀ ਇੰਡੀਵਿਜੂਅਲੀ ਕਰੋ, ਇਕੱਲੇ ਕਰੋ। ਹਾਂ, ਉਹਦੇ ਅੰਦਰ ਇੱਕ ਸਪਿਰਿਟ ਹੁੰਦੀ ਹੈ ਕਿ ਉਹ ਸਪੋਰਟਸ ਸਪਿਰਿਟ ਹੈ ਉਸਦੇ ਅੰਦਰ। ਮੈਂ ਇਹ ਹਮੇਸ਼ਾ ਅੱਜ ਤੱਕ ਸਪੋਰਟਸ ਸਪਿਰਿਟ ਲੈ ਕੇ ਚੱਲੀ ਹਾਂ ਔਰ ਮੇਰੇ ਲਾਈਫ ਰਹਿਣ ਦਾ ਢੰਗ ਔਰ ਸਭ ਕੁਝ ਮੈਂ ਇੱਕ ਸਪੋਰਟਸ ਦੀ ਤਰ੍ਹਾਂ ਹੀ ਜੀਆਂ ਔਰ ਸਾਹਮਣੇ ਵਾਲਿਆਂ ਨੂੰ ਵੀ ਮੈਂ ਇਹੀ ਗਾਈਡ ਕਰਦੀ ਹਾਂ ਕਿ ਇੱਕ ਸਪੋਰਟਸ ਤਰ੍ਹਾਂ ਜੀਓ। ਇੱਕ ਸਪੋਰਟਸਮੈਨ ਜਿਹੜੀ ਹੈ ਹਾਂਜੀ। ਸਪਿਰਿਟ ਤੁਹਾਡੇ ਅੰਦਰ ਜ਼ਰੂਰ ਹਾਂਜੀ, ਹੋਣੀ ਹਾਂ। ਚਾਹੀਦੀ ਹੈ। ਜ਼ਰੂਰੀ ਨਹੀਂ ਹੈ ਕਿ ਤੁਸੀਂ ਹਾਕੀ ਕਰਨਾ ਬਹੁਤ ਵਧੀਆ ਬਣ ਜਾਓਗੇ ਜਾਂ ਫਿਰ ਕਬੱਡੀ ਕਰਨਾ ਤੁਸੀਂ ਸਪੋਰਟਸ ਵੂਮੈਨ ਬਣ ਜਾਓਗੇ ਜਾਂ ਮੈਨ ਬਣ ਜਾਓਗੇ। ਇੱਕ ਹਾਂ, ਤੁਹਾਡੇ ਅੰਦਰ ਸਪਿਰਿਟ ਹੋਣੀ ਚਾਹੀਦੀ ਹੈ। ਬਿਲਕੁਲ। ਹਰ ਗੇਮ ਕਰ ਸਕੋ ਤੁਸੀਂ। ਸਪਿਰਿਟ ਹੋਣ ਦੇ ਨਾਲ ਮੈਨੂੰ ਲੱਗਦਾ ਕਿ ਇਨਸਾਨ ਜ਼ਿੰਦਗੀ ਵਿੱਚ ਕਿਸੇ ਵੀ ਜੰਗ ਨੂੰ, ਕਿਸੇ ਵੀ ਚੀਜ਼ ਨੂੰ ਹਾਸਿਲ ਹਾਂਜੀ, ਕਰ ਹਾਂ। ਸਕਦਾ, ਜਿੱਤ ਸਕਦਾ ਹੈ। ਹਾਂਜੀ, ਹਾਂ। ਦੈਨ ਡਜ਼ਨਟ ਮੈਟਰ ਕਿ ਉਹ ਕਿ ਕਿਹੜੀ ਤੁਸੀਂ ਕੀ ਚੀਜ਼ ਕਰ ਰਹੇ ਹੋ। ਹੈਗੀ ਹੈ। ਹਾਂਜੀ, ਹਾਂ। ਬਿਲਕੁਲ ਠੀਕ ਕਹਿ ਰਹੇ ਹੋ। ਇਹ ਜਿਹੜਾ ਤੁਹਾਡਾ ਰਸਤਾ ਹੈ ਹਾਕੀ ਤੋਂ ਸਕਾਈ ਡਾਈਵਿੰਗ ਦੇ ਵਿੱਚ, ਇਹਦੇ ਵਿੱਚ ਕਿੱਦਾਂ ਦਾ ਐਟਮੋਸਫੇਅਰ, ਕਿੱਦਾਂ ਦੀ ਡਾਈਟ, ਕਿੱਦਾਂ ਦੀਆਂ ਚੇਂਜਸ ਜਿਹੜੀਆਂ ਆ ਤੁਸੀਂ ਫੀਲ ਕੀਤੀਆਂ, ਤੁਹਾਨੂੰ ਫੇਸ ਕਰਨੀਆਂ ਪਈਆਂ? ਜਿਸ ਤਰ੍ਹਾਂ ਪਹਿਲਾਂ ਮੈਂ ਸਕੂਲ ਟਾਈਮ ਹਾਕੀ ਕਰਦੀ ਸੀਗੀ, ਫਿਰ ਉਸ ਤੋਂ ਬਾਅਦ ਮੈਂ ਆਪਣੀ ਇੱਕ ਪਰਸਨਲੀ ਗੇਮ ਸਟਾਰਟ ਕੀਤੀ ਹੈ, ਆਈ ਐਮ ਮਾਊਂਟੇਨਰ ਔਰ ਸਕਾਈ ਡਾਈਵਰ। ਓਕੇ। ਠੀਕ ਹੈ। ਔਰ ਸਕਾਈ ਡਾਈਵਿੰਗ ਗਰਾਊਂਡ ਲੈਵਲ ਤੋਂ ਬਹੁਤ ਹੀ ਅਲੱਗ ਹੈ। ਹਾਂ। ਹਾਈ ਏਰੀਆ ਕਿਉਂਕਿ ਰਹਿ ਜਾਂਦਾ ਹੈ। ਹਾਈ ਐਟੀਟਿਊਡ ਤੇ ਆ ਜਾਂਦੀ, ਕਿਉਂਕਿ ਹਾਕੀ ਜੋ ਆਮ ਜੋ ਸਭ ਗੇਮਾਂ ਨੇ ਉਹ ਅਸੀਂ ਸਿਰਫ ਗਰਾਊਂਡ ਲੈਵਲ ਤੇ ਕਰਦੇ ਹਾਂ। ਪਲੇਨ ਏਰੀਆ ਦੇ ਉੱਤੇ ਖੇਡੀਆਂ ਜਾਂਦੀਆਂ। ਹਾਂਜੀ, ਤਾਂ ਜੋ ਮਾਊਂਟੇਨ ਇਹ ਹੋ ਗਈ ਪਹਾੜਾਂ ਤੇ, ਔਰ ਸਕਾਈ ਡਾਈਵਿੰਗ ਹੁੰਦੀ ਹੈ ਕਿ ਤੁਸੀਂ ਸਕਾਈ ਜੰਪ। ਔਰ ਜਦੋਂ ਇੱਕ ਪਲੇਅਰ ਪਲੇਨਸ ਦੇ ਵਿੱਚ ਖੇਡ ਰਿਹਾ ਤੇ ਉਸ ਤੋਂ ਬਾਅਦ ਉਹ ਹਾਈ ਮਾਊਂਟੇਨ ਏਰੀਆ ਤੇ ਜਾ ਰਿਹਾ, ਤੇ ਮੈਡਮ ਕੋਈ ਕਲਾਈਮੇਟ ਦਾ ਇਫੈਕਟ ਵੀ ਪੈਂਦਾ ਹੈ? ਹਾਂਜੀ, ਕਲਾਈਮੇਟ ਦਾ ਵੀ, ਕਿਉਂਕਿ ਉਸ ਟਾਈਮ ਵਿੰਡ ਦੇਖਿਆ ਜਾਂਦਾ ਹੈ ਕਿ ਤੁਹਾਡੇ ਵੇਟ ਦੇ ਅਕੋਰਡਿੰਗ ਹੈ, ਇੱਕ ਵੇਟ ਚੈੱਕ ਕੀਤਾ ਜਾਂਦਾ ਹੈ ਵੀ ਤੁਸੀਂ ਉਹਦੇ ਅੰਡਰ ਆਉਂਦੇ ਹੋ ਕਿ ਨਹੀਂ ਆਉਂਦੇ ਹੋ। ਜੇ ਵਿੰਡ ਬਹੁਤ ਜ਼ਿਆਦਾ ਸਟਰੋਂਗ ਹੈ, ਬਹੁਤ ਜ਼ਿਆਦਾ ਹਵਾ ਜ਼ੋਰ ਦੀ, ਜਿਸ ਤਰ੍ਹਾਂ ਕਿ ਪੰਜਾਬ ਵਿੱਚ ਜੂਨ ਜੁਲਾਈ 'ਚ ਬਹੁਤ ਤੇਜ਼ ਗਰਮ ਹਵਾਵਾਂ ਚੱਲਦੀਆਂ ਨੇ, ਤੁਸੀਂ ਉਸ ਟਾਈਮ ਜੰਪ ਨਹੀਂ ਕਰ ਸਕਦੇ। ਠੀਕ ਹੈ, ਕਿਉਂਕਿ ਤੁਹਾਡੇ ਲਈ ਉਹ ਇੱਕ ਡੇਂਜਰਸ ਪਾਰਟ ਹੋਏਗਾ। ਓਕੇ। ਇਹ ਹਰ ਇੱਕ ਗੇਮ 'ਚ ਜਿਸ ਤਰ੍ਹਾਂ ਗਰਾਊਂਡ ਫੀਲਡ 'ਤੇ ਵੀ ਚੈੱਕ ਕੀਤਾ ਜਾਂਦਾ ਕਿ ਤੁਸੀਂ ਫਿਜ਼ੀਕਲੀ ਫਿੱਟ ਹੋ ਕਿ ਨਹੀਂ ਹੋ। ਜੇ ਤੁਸੀਂ ਪਹਾੜਾਂ 'ਤੇ ਚੜ੍ਹਨ ਜਾਂਦੇ ਹੋ ਜਾਂ ਸਕਾਈ ਜੰਪ ਕਰਦੇ ਹੋ, ਤੁਹਾਡਾ ਫਿਜ਼ੀਕਲੀ ਤੁਹਾਡਾ ਸਭ ਕੁਝ ਚੈੱਕ ਕੀਤਾ ਜਾਂਦਾ ਹੈ ਕਿ ਤੁਸੀਂ ਫਿਜ਼ੀਕਲੀ ਫਿੱਟ ਹੋ ਕਿ ਨਹੀਂ ਹੋ। ਓਕੇ। ਫਿਜ਼ੀਕਲੀ ਫਿਟਨੈਸ ਦੇ ਵਿੱਚ ਤੁਸੀਂ ਕੋਈ ਹਾਰਟ ਪੇਸ਼ੈਂਟ ਤਾਂ ਨਹੀਂ, ਤੁਹਾਡਾ BP ਹਾਈ ਜਾਂ ਲੋ ਤਾਂ ਨਹੀਂ ਹੁੰਦਾ, ਇਹ ਸਭ ਚੀਜ਼ਾਂ ਆਉਂਦੀਆਂ ਨੇ।
ਔਰ ਸੁਖਬੀਰ ਕੌਰ ਜੀ, ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦੀ ਹਾਂ, ਸਪੋਰਟਸ ਹੈਗੀ ਹੈ, ਇੱਕ ਤਾਂ ਫਿੱਟ ਤਾਂ ਰੱਖਦੀ ਹੈ ਬੰਦੇ ਨੂੰ, ਡਿਸਿਪਲਿਨ ਤਾਂ ਆਉਂਦਾ ਹੀ ਆਉਂਦਾ ਹੈ ਜ਼ਿੰਦਗੀ ਦੇ ਵਿੱਚ ਇਹਦੇ ਨਾਲ। ਹਾਂਜੀ। ਹੋਰ ਕਿਹੜੀਆਂ ਸੋਸ਼ਲ ਐਕਟੀਵਿਟੀਜ਼ ਦੇ ਵਿੱਚ ਸਾਡੇ ਬੱਚੇ ਜਿਹੜੇ ਹੈਗੇ ਪਾਰਟਿਸਿਪੇਟ ਕਰ ਸਕਦੇ ਨੇ? ਜਿਸ ਤਰ੍ਹਾਂ ਮੈਂ ਹੁਣ ਇੱਕ ਸਪੋਰਟਸ ਵੂਮਨ ਹੈ, ਬਿਲਕੁਲ। ਠੀਕ ਹੈ, ਮੈਂ ਸਪੋਰਟਸ ਐਕਟੀਵਿਟੀ ਵੀ ਕਰਦੀ ਹਾਂ ਔਰ ਮੈਂ ਸੋਸ਼ਲ ਐਕਟੀਵਿਟੀ ਵੀ ਨਾਲ ਲੈ ਕੇ ਚੱਲਦੀ ਹਾਂ। ਜਿਸ ਤਰ੍ਹਾਂ ਮੈਂ ਗਰਾਊਂਡ 'ਚ ਹੋਵਾਂਗੀ ਤਾਂ ਮੈਂ ਫ੍ਰੀ ਟਾਈਮ ਹੁੰਦਾ ਹੁਣ, ਉਸ ਟਾਈਮ ਮੈਂ ਸੋਸ਼ਲ ਐਕਟੀਵਿਟੀ ਨਾਲ ਲੈ ਕੇ ਚੱਲਦੀ ਹਾਂ ਕਿ ਮੈਂ ਇੱਕ ਸਪੋਰਟਸ ਵੀ ਕਰਾਂ ਔਰ ਇੱਕ ਨਾਲ ਮੈਂ ਸੋਸ਼ਲ ਐਕਟੀਵਿਟੀ ਵੀ ਲੈ ਕੇ ਚੱਲਾਂ। ਜਿਸ ਤਰ੍ਹਾਂ ਕਿ ਸਾਡਾ ਸਮਾਜ ਦੇ ਨੌਜਵਾਨ ਨਸ਼ਿਆਂ ਵਿੱਚ ਪੈ ਗਏ ਨੇ, ਬਿਲਕੁਲ। ਠੀਕ ਹੈ, ਦਾਜ ਹੋ ਗਿਆ ਔਰ ਲੜਕੀਆਂ ਦੀ ਭਰੂਣ ਹੱਤਿਆ ਕੀਤੀ ਜਾਂਦੀ ਆ ਔਰ ਅੱਜ ਕੱਲ੍ਹ ਦਾ ਨਿਊ ਜਨਰੇਸ਼ਨ ਫੈਸ਼ਨ 'ਚ ਜਾ ਚੁੱਕਾ ਹੈ। ਮੈਂ ਇਹਨਾਂ ਚੀਜ਼ਾਂ ਦੇ ਵਿਰੁੱਧ ਜਾਂਦੀ ਹਾਂ। ਐਕਟੀਵਿਟੀ ਤਾਂ ਮੈਂ ਕਰਨੀ ਹੀ ਕਰਨੀ ਹੈ, ਕਿਉਂ ਨਾ ਮੈਂ ਸਮਾਜ ਦੀਆਂ ਕੁਰੀਤੀਆਂ ਵੀ ਨਾਲ ਲੈ ਕੇ ਚੱਲਾਂ। ਬਿਲਕੁਲ, ਕਿਉਂਕਿ ਸਪੋਰਟਸ ਦੇ ਵਿੱਚ ਇੱਕ ਡਿਸਿਪਲਿਨ ਪਰਸਨ ਹੋਣਾ, ਇੱਕ ਆਪਣੇ ਆਪ ਨੂੰ ਐਕਟਿਵ ਸੋਸ਼ਲ ਪਾਰਟਿਸਿਪੈਂਟ ਬਣਾ ਕੇ ਰੱਖਣਾ, ਇੱਕ ਸਪੋਰਟਸ ਹੀ ਹੈ ਕਿ ਜਿਹੜਾ ਕਿ ਤੁਹਾਨੂੰ ਇੱਕ ਪਿਓਰ ਜਿਵੇਂ ਹਿਊਮਨ ਬਣਾਉਂਦੀ ਹੈ। ਬਿਲਕੁਲ, ਪਿਓਰ ਹਿਊਮਨ ਆਪਣੀ ਬੋਡੀ ਦੇ ਨਾਲ ਆਪਣੇ ਸਮਾਜ ਨੂੰ ਫਿਟ ਰੱਖਣ ਦੇ ਵਿੱਚ ਕੰਟਰੀਬਿਊਸ਼ਨ ਦੇ ਰਹੀ ਹੈ। ਮਾਨਸਿਕ ਔਰ ਫਿਜ਼ੀਕਲੀ ਦੋਨੋਂ ਤਰ੍ਹਾਂ ਅਸੀਂ ਸਪੋਰਟਸ ਕਰਾਂਗੇ ਤਾਂ ਸਾਡਾ ਸਮਾਜ ਵੀ ਫਿੱਟ ਹੋਏਗਾ ਔਰ ਸਾਡਾ ਮਾਨਸਿਕ ਵੀ ਔਰ ਫਿਜ਼ੀਕਲੀ ਵੀ ਅਸੀਂ ਦੋਨੋਂ ਤਰ੍ਹਾਂ ਫਿੱਟ ਹੋ ਜਾਂਦੇ ਹਾਂ ਸਪੋਰਟਸ ਕਰਨ ਨਾਲ। ਬਿਲਕੁਲ, ਸਪੋਰਟਸ ਦੇ ਵਿੱਚ ਮੈਂ ਦੇਖਿਆ ਕਿ ਕਈ ਸਾਡੇ ਨੌਜਵਾਨ ਘੱਟ ਸਮਝ ਹੋਣ ਦੇ ਨਾਲ ਆਪਣੇ ਆਪ ਨੂੰ ਫਿਟ ਕਰਨ ਦੇ ਨਾਲ ਕਈ ਵਾਰ ਸਿੱਧੀ ਸਿਹਤ ਦੀ ਬਜਾਏ ਥੋੜੀ ਦੂਸਰੇ ਰਸਤੇ ਵੱਲ, ਸਟੀਰੋਇਡਸ ਜਾਂ ਬੋਡੀ ਬਣਾਉਣਾ, ਨਸ਼ੇ ਵੱਲ ਤੁਰ ਪੈਂਦੇ ਨੇ। ਇਸ ਚੀਜ਼ ਤੋਂ ਤੁਸੀਂ ਕੀ ਕਹਿਣਾ ਚਾਹੋਗੇ? ਤੁਹਾਡੀ ਗੱਲ ਨਾਲ ਮੈਂ ਸਹਿਮਤ ਹੈ ਕਿ ਅੱਜ ਕੱਲ੍ਹ ਜਿਸ ਤਰ੍ਹਾਂ ਡਰੱਗਸ ਲਈ ਜਾਂਦੀ ਹੈ ਹਰ ਇੱਕ ਤਰ੍ਹਾਂ, ਕਿਉਂਕਿ ਹੁਣ ਤਾਂ ਡੋਪਿੰਗ ਟੈਸਟ ਵੀ ਸਟਾਰਟ ਹੋ ਚੁੱਕਾ ਹੈ, ਪਰ ਫਿਰ ਵੀ ਦੇਖਿਆ ਜਾਵੇ ਤਾਂ ਫਿਰ ਵੀ ਹਾਲੇ ਤੀਕ ਨੌਜਵਾਨ ਸਪੋਰਟਸ ਗਰਾਊਂਡ 'ਚ ਐਂਟਰ ਕਰਨ ਤੋਂ ਪਹਿਲਾਂ ਡਰੱਗਸ ਜ਼ਰੂਰ ਲੈਂਦੇ ਨੇ, ਕਿਉਂਕਿ ਕੁਝ 1 ਘੰਟੇ ਦਾ ਖੇਡ ਹੁੰਦਾ ਕਿ ਉਹਨੂੰ ਪਤਾ ਹੈ ਕਿ ਇੰਨਾ ਮੈਂ ਜ਼ੋਰ ਲਗਾਉਣਾ ਹੈ, ਇੰਨੀ ਮੇਰੀ ਪਾਵਰ ਲੱਗਣੀ ਹੈ, ਉਸ ਹਿਸਾਬ ਨਾਲ ਉਹ ਇੰਜੈਕਸ਼ਨ ਲੈਂਦਾ, ਉਸ ਹਿਸਾਬ ਨਾਲ ਮੈਂ ਟੈਬਲੇਟ ਲੈਂਦਾ ਹੈ ਕਿ ਮੈਂ ਇੰਨਾ ਖੇਡਣਾ। ਫਿਰ ਉਸ ਤੋਂ ਬਾਅਦ ਜਦੋਂ ਕੁਝ ਟਾਈਮ ਜਦੋਂ ਅਸੀਂ ਓਵਰ ਏਜ ਹੋਣਾ ਸਟਾਰਟ ਹੋ ਜਾਂਦੇ, ਉਹ ਸਾਡੇ ਬੋਡੀ 'ਤੇ ਇਫੈਕਟ ਦਿਸਣੇ ਸ਼ੁਰੂ ਹੋ ਜਾਂਦੇ ਨੇ। ਪਰ ਮੈਂ ਹਮੇਸ਼ਾ ਯੂਥ ਨੂੰ ਔਰ ਸਪੋਰਟਸ ਵੂਮੈਨ ਹੈ ਜਾਂ ਮੈਨ ਹੈ, ਮੈਂ ਸਭ ਨੂੰ ਇਹੀ ਕਹਾਂਗੀ ਕਿ ਨਸ਼ਿਆਂ ਨੂੰ ਛੱਡ ਕੇ ਜੇ ਕੋਸ਼ਿਸ਼ ਕਰਨ ਕਿ ਬਹੁਤ ਵਧੀਆ ਡਾਈਟ ਲੈਣ, ਕਿਉਂਕਿ ਡਾਈਟ 'ਚ ਵੀ ਬਹੁਤ ਤਰ੍ਹਾਂ ਦੀ ਨੌਨ ਵੈਜ ਵੀ ਪਈ ਹੈ ਔਰ ਵੈਜ ਵੀ ਪਈ ਹੈ, ਠੀਕ ਹੈ, ਉਹ ਤੁਸੀਂ ਟਾਈਮ ਟੂ ਟਾਈਮ ਲਓਗੇ ਤਾਂ ਤੁਹਾਨੂੰ, ਮੈਨੂੰ ਲੱਗਦਾ ਕਿ ਤੁਹਾਨੂੰ ਨਸ਼ਿਆਂ ਦੀ ਜ਼ਰੂਰਤ ਹੀ ਨਹੀਂ ਪਏਗੀ। ਬਹੁਤ ਅੱਛਾ ਮੈਸੇਜ ਹੈ ਸਾਡੀ ਸੁਸਾਇਟੀ ਲਈ, ਸਾਡੀ ਜਨਰੇਸ਼ਨ ਦੇ ਲਈ, ਕਿ ਜੇ ਤੁਸੀਂ ਆਪਣੇ ਆਪ ਨੂੰ ਫਿਟ ਕਰਨਾ, ਤੰਦਰੁਸਤ ਕਰਨਾ, ਤੇ ਇਹਦੇ ਲਈ ਡਰੱਗਸ ਦੀ ਬਜਾਏ ਪ੍ਰੋਪਰ ਡਾਈਟ ਲੈਣੀ ਚਾਹੀਦੀ ਹੈ ਲੜਕੇ ਔਰ ਲੜਕੀਆਂ ਦੋਨੋਂ ਨੂੰ। ਹਾਂਜੀ ਹਾਂ, ਫਿਟ ਕਰਨ ਦੇ ਲਈ। ਔਰ ਮੈਡਮ, ਮੈਂ ਜਾਣਨਾ ਚਾਹੁੰਦੀ ਹਾਂ ਕਿ ਤੁਸੀਂ ਹੁਣ ਤੁਹਾਡੀਆਂ ਅੱਗੋਂ ਹੋਰ ਕਿਹੜੇ ਯਤਨ ਨੇ ਜਾਂ ਹੋਰ ਤੁਹਾਡੇ ਕਿਹੜੇ ਟਾਰਗੇਟਸ ਨੇ ਸਾਡੀ ਸੁਸਾਇਟੀ ਦੇ ਵਿੱਚ? ਜਿਵੇਂ ਕਿ ਤੁਸੀਂ ਮੈਨੂੰ ਦੱਸਿਆ ਕਿ ਇੱਕ ਐਜ਼ ਐਨ ਐਕਟਿਵ ਪਾਰਟਿਸਿਪੈਂਟ ਆਫ ਸੁਸਾਇਟੀ ਤੁਸੀਂ ਕੰਮ ਕਰ ਰਹੇ ਹੋ। ਹਾਂਜੀ, ਗੇਮਸ ਦੇ ਨਾਲ ਸਪੋਰਟਸ ਦੇ ਨਾਲ। ਹਾਂਜੀ, ਤੁਹਾਡਾ ਨੈਕਸਟ ਟਾਰਗੇਟ ਕੀ ਹੈ? ਮੇਰਾ ਸਪੋਰਟਸ ਵਿੱਚ ਟਾਰਗੇਟ ਵਰਲਡ ਦੀਆਂ 7 ਹਾਈਐਸਟ ਪੀਕ ਕਰਨਾ ਹੈ। ਓਕੇ, ਜੋ ਵਰਲਡ ਦੇ ਅਲੱਗ-ਅਲੱਗ ਕੰਟਰੀ ਵਿੱਚ ਮੌਜੂਦ ਨੇ। ਠੀਕ ਹੈ, 7 ਪੀਕਸ ਆਫ 7 ਪੀਕ ਮੰਨਿਆ ਜਾਂਦਾ ਉਹਨਾਂ ਨੂੰ, ਔਰ ਮੈਂ ਉਹ ਮੇਰੀ ਜ਼ਿੰਦਗੀ ਦਾ ਏਮ ਹੈ ਕਿ ਮੈਂ ਉਹ ਚੀਜ਼ਾਂ ਕਰਾਂ ਔਰ ਮੈਂ ਦਿਖਾਵਾਂ ਕਿ ਹਾਂ ਇੱਕ ਪੰਜਾਬੀ ਵੀ ਇਹ ਚੀਜ਼ਾਂ ਕਰ ਸਕਦਾ। ਠੀਕ ਹੈ ਜੀ। ਔਰ ਜਿਹੜੇ ਇਹ ਤੁਸੀਂ ਦੱਸਿਆ ਕਿ ਤੁਹਾਡੀ ਪਾਰਟਿਸਿਪੇਸ਼ਨ ਹੁੰਦੀ ਹੈ ਜਦੋਂ ਵਰਲਡ ਦੀਆਂ ਪੀਕ ਦੇ ਉੱਪਰ ਜਾਣਾ ਹੈਗਾ ਆ, ਇਹਦੇ ਵਿੱਚ ਫਿਰ ਕੋਈ ਤੁਹਾਨੂੰ ਕੰਟਰੀਬਿਊਸ਼ਨ ਸਮਾਜ ਵੱਲੋਂ ਕੋਈ ਹੋਰ ਕੰਟਰੀਬਿਊਸ਼ਨ ਵੀ ਚਾਹੀਦੀ ਹੁੰਦੀ ਹੈ? ਕਿਉਂਕਿ ਜਿਸ ਤਰ੍ਹਾਂ ਹੁਣ ਵਰਲਡ ਦੀਆਂ 7 ਹਾਈਐਸਟ ਪੀਕ ਆ, ਐਵਰੈਸਟ ਦਾ ਇੱਕ ਪੀਕ ਲੈ ਲਓ, ਐਵਰੈਸਟ ਲੈ ਲਓ, ਕਿਉਂਕਿ ਉਹਦੇ ਲਈ ਸਾਡਾ ਖਰਚਾ 20 ਲੱਖ ਰੁਪਏ ਆਉਂਦਾ, ਕਿਉਂਕਿ ਉੱਥੋਂ ਦੀ ਗਵਰਨਮੈਂਟ ਨੂੰ ਅਸੀਂ ਪੇ ਕਰਨਾ, ਜਿਸ ਕੰਪਨੀ ਨਾਲ ਅਸੀਂ ਜਾਣਾ ਅਸੀਂ ਉਹਨਾਂ ਨੂੰ ਪੇ ਕਰਨਾ, ਬਹੁਤ ਸਾਰੇ ਸਾਡੇ ਫੰਡ ਹੁੰਦੇ ਨੇ ਜਿਹੜੇ ਸਾਨੂੰ ਪੇ ਕਰਨੇ ਪੈਂਦੇ ਨੇ। ਔਰ ਸਾਡਾ ਸਮਾਜ ਨੇ ਜਾਂ ਸਾਡੇ ਆਪਣੇ ਪੰਜਾਬ ਦੀ ਗੱਲ ਲੈ ਲੈਂਦੇ ਹਾਂ, ਗਵਰਨਮੈਂਟ ਨੇ ਵੀ ਈਵਨ ਕਿ ਮੇਰੀ ਕੋਈ ਹੈਲਪ ਨਹੀਂ ਕੀਤੀ, ਕਿਉਂਕਿ ਇਸ ਦੇ ਵਿੱਚ ਸਭ ਤੋਂ ਵੱਡੀ ਚੀਜ਼ ਲਈ ਜਾਂਦੀ ਹੈ ਕਿ ਸਪੋਂਸਰਸ਼ਿਪ, ਫਾਈਨੈਂਸ਼ਲੀ ਸਪੋਂਸਰਸ਼ਿਪ, ਜੋ ਕਿ ਪੰਜਾਬ ਵਿੱਚ ਤਾਂ ਬਿਲਕੁਲ ਨਹੀਂ ਹੈਗੀ। ਜੇ ਤੁਸੀਂ ਬੰਬੇ, ਦਿੱਲੀ ਵਗੈਰਾ ਚਲੇ ਜਾਓਗੇ ਤੁਹਾਨੂੰ ਬਹੁਤ ਸਾਰੀਆਂ ਮਲਟੀਨੈਸ਼ਨਲ ਕੰਪਨੀਜ਼ ਮਿਲ ਜਾਣਗੀਆਂ ਜਿਹੜੀਆਂ ਤੁਹਾਨੂੰ ਸਪੋਂਸਰਸ਼ਿਪ ਕਰਦੀਆਂ, ਸਪੋਰਟਸ ਪਰਸਨ ਨੂੰ ਜਿਹੜੀਆਂ ਸਪੋਂਸਰ ਕਰਦੀਆਂ ਨੇ। ਕਿਉਂਕਿ ਸਭ ਤੋਂ ਜੇ ਹੁਣ ਵੱਡੀ ਚੀਜ਼ ਐਡਵੈਂਚਰ ਸਪੋਰਟਸ ਕੀ ਆ ਰਹੀ ਹੈ, ਫਾਈਨੈਂਸ਼ਲੀ ਬੈਕਅਪ ਨਹੀਂ ਹੈ ਸਭ ਨੂੰ, ਕਿਉਂਕਿ ਸਭ ਤੋਂ ਰਿਚ ਗੇਮ ਮੰਨਿਆ ਜਾਂਦਾ ਹੈ ਕਿ ਜੇ ਤੁਹਾਡੇ ਕੋਲ ਪੈਸਾ ਤਾਂ ਤੁਸੀਂ ਪੀਕ ਕਰ ਸਕਦੇ ਹੋ, ਨਹੀਂ ਹੈ ਤਾਂ ਤੁਸੀਂ ਨਹੀਂ ਕਰ ਸਕਦੇ। ਸਭ ਤੋਂ ਵੱਡੀ ਮੇਰੇ ਲਈ ਦਿੱਕਤ ਕੀ ਆ ਰਹੀ ਹੈ ਕਿ ਮੈਨੂੰ ਫਾਈਨੈਂਸ਼ਲੀ ਸਪੋਰਟ ਨਹੀਂ ਮਿਲ ਰਿਹਾ। ਪੰਜਾਬ 'ਚ ਰਹਿਣ ਦੇ ਬਾਵਜੂਦ ਕਰਕੇ ਮੈਨੂੰ
ਔਰ ਕੋਈ ਵੀ ਕੰਪਨੀ ਮੈਨੂੰ ਸਪਾਂਸਰਸ਼ਿਪ ਨਹੀਂ ਦੇ ਰਿਹਾ। ਪੰਜਾਬ 'ਚ ਤਾਂ ਕੋਈ ਕੰਪਨੀ ਹੈ ਨਹੀਂ ਹੈ। ਪੰਜਾਬ 'ਚ ਵੈਸੇ ਰਿਚ ਮੰਨਿਆ ਜਾਂਦਾ ਹੈ ਕਿ ਪੰਜਾਬ ਦੇ ਲੋਕ ਬਹੁਤ ਰਿਚ ਨੇ, ਪਰ ਅੱਜ ਤੱਕ ਮੈਂ ਦੇਖਿਆ ਕਿ ਸਪੋਰਟਸ ਨੂੰ ਕੋਈ ਵੀ ਮੋਟੀਵੇਟ ਨਹੀਂ ਕਰ ਰਿਹਾ। ਆਪਣੇ ਆਪ ਨੂੰ ਅੱਗੇ ਲੈ ਕੇ ਜਾਣਾ ਹਮ। ਡਾਈਵਿੰਗ ਪੀਕਸ ਦੇ ਨਾਲ ਹਮ। ਸੁਸਾਇਟੀ ਦੇ ਵਿੱਚ ਜਿਹੜੇ ਉਹਦੇ ਵਿੱਚ ਕੀ ਕੰਟਰੀਬਿਊਸ਼ਨ? ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਮੈਂ ਗਰਾਊਂਡ 'ਚ ਵੀ ਐਕਟੀਵਿਟੀ ਕਰਦੀ ਹਾਂ ਔਰ ਮੈਂ ਸਮਾਜ 'ਚ ਵੀ ਐਕਟੀਵਿਟੀ ਕਰਦੀ ਹਾਂ, ਸਮਾਜਿਕ ਕੁਰੀਤੀਆਂ ਨਾਲ ਲੈ ਕੇ ਚੱਲ ਰਹੀ ਹਾਂ। ਹੁਣ ਇਸ ਟਾਈਮ ਜੋ ਮੈਂ ਐਕਟੀਵਿਟੀ ਕਰ ਰਹੀ ਹਾਂ, ਜਿਸ ਤਰ੍ਹਾਂ ਮੈਨੂੰ ਸਭ ਮਾਊਂਟੇਨ ਕਲੀਨਰ ਦੇ ਤੌਰ ਤੇ ਜਾਂਦੇ ਨੇ, ਜੇ ਮੈਂ ਪਹਾੜਾਂ ਤੇ ਜਾਂਦੀ ਹਾਂ ਤਾਂ ਮੈਂ ਨਾਲ ਪਹਾੜਾਂ ਤੇ ਚੜ੍ਹਨ ਦੇ ਨਾਲ ਨਾਲ ਮੈਂ ਸਫਾਈ ਵੀ ਕਰਦੀ ਹਾਂ। ਜੋ ਪਲਾਸਟਿਕ ਡਰਾਈ ਫਰੂਟ ਵਗੈਰਾ ਦੇ ਜੋ ਪੋਲੀਥੀਨ ਵਗੈਰਾ ਹੁੰਦੇ ਨੇ, ਬੋਟਲਸ ਹੁੰਦੀਆਂ ਨੇ ਜੋ ਖਾਲੀ ਉੱਥੇ ਸੁੱਟ ਕੇ ਆ ਜਾਂਦੇ ਨੇ ਪਬਲਿਕ, ਮੈਂ ਉਹ ਵੀ ਚੱਕਦੀ ਜਾਂਦੀ ਹਾਂ। ਮੈਂ ਸਪੋਰਟਸ ਐਕਟੀਵਿਟੀ ਦੇ ਨਾਲ ਨਾਲ ਮੈਂ ਸਮਾਜ 'ਚ ਜੋ ਗੰਦਗੀ ਫੈਲੀ ਹੁੰਦੀ ਹੈ ਮੈਂ ਉਹ ਵੀ ਨਾਲ ਨਾਲ ਸਾਫ਼ ਕਰਦੀ ਹਾਂ। ਔਰ ਇਸ ਟਾਈਮ ਤੁਹਾਨੂੰ ਸਭ ਨੂੰ ਪਤਾ ਪੰਜਾਬ 'ਚ ਮੈਂ ਇੱਕ ਬਹੁਤ ਵੱਡਾ ਈਵੈਂਟ ਕਰਨ ਜਾ ਰਹੀ ਹਾਂ ਥੈਲੋਸੀਮੀਆ ਦੇ ਉੱਪਰ। ਥੈਲੋਸੀਮੀਆ ਮੈਨੂੰ ਲੱਗਦਾ ਇੱਕ ਅਜਿਹੀ ਡਿਜ਼ੀਜ਼ ਹੈ ਜਿਹਦੇ ਵਿੱਚ ਕਿ ਹਰ ਪਰਸਨ ਨੂੰ ਜਿਹਨੂੰ ਇਹ ਪ੍ਰੋਬਲਮ ਹੁੰਦੀ ਉਹਨੂੰ ਬਾਰ-ਬਾਰ ਬਲੱਡ ਦੀ ਜ਼ਰੂਰਤ ਪੈਂਦੀ ਹੈ ਜਿੰਦੇ ਰਹਿਣ ਦੇ ਲਈ। ਹਾਂਜੀ ਹਾਂ। ਔਰ ਇਸੇ ਮੈਂ ਹੁਣ ਪੰਜਾਬ ਵਿੱਚ ਬਾਈ ਵਾਕ ਇੱਕ ਐਕਟੀਵਿਟੀ ਕਰ ਰਹੀ ਹਾਂ ਜਿਹਦੇ ਵਿੱਚ ਮੈਂ ਆਲ ਪੰਜਾਬ ਕਵਰ ਕਰਾਂਗੀ, ਆਲ ਡਿਸਟ੍ਰਿਕਟ। ਓਕੇ। ਔਰ ਮੈਂ ਲੋਕਾਂ ਨੂੰ ਬਲੱਡ ਡੋਨੇਸ਼ਨ ਲਈ ਔਰ ਥੈਲੋਸੀਮੀਆ ਲਈ ਯੂਥ ਔਰ ਆਰਗੇਨਾਈਜੇਸ਼ਨਸ ਔਰ ਅਦਰਸ NGO ਨੂੰ ਮੈਂ ਸੰਪਰਕ ਕਰ ਰਹੀ ਹਾਂ ਕਿ ਲੋਕਾਂ ਨੂੰ ਮੈਂ ਅਵੇਅਰ ਕਰ ਸਕਾਂ ਥੈਲੋਸੀਮੀਆ ਲਈ ਔਰ ਬਲੱਡ ਡੋਨੇਸ਼ਨ ਲਈ। ਠੀਕ ਹੈ ਮੈਮ, ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਅਸੀਂ ਅਵੇਅਰ ਕਰ ਰਹੇ ਹੋ, ਉਹ NGOs ਜਾਂ ਸਾਡੀ ਸੁਸਾਇਟੀ ਇਸ ਮਿਸ਼ਨ ਦੇ ਵਿੱਚ ਕਿੱਦਾਂ ਕੰਟਰੀਬਿਊਸ਼ਨ ਦੇ ਸਕਦੀ ਹੈ, ਕਿੱਦਾਂ ਜਿਸ ਤਰ੍ਹਾਂ ਕਿ ਕੰਟਰੀਬਿਊਟ? ਮੈਂ ਫਰੀਦਕੋਟ ਦੀ ਹਾਂ, ਹਾਂਜੀ ਠੀਕ ਹੈ, ਅਲੱਗ ਜਲੰਧਰ ਵਾਲੇ ਅਲੱਗ ਕਰਾਊਡ ਯੂਥ ਇਕੱਠਾ ਹੋ ਗਿਆ, ਸਭ ਦੇ NGO ਬਣੇ ਹੋਏ ਆ ਔਰ ਮੈਂ ਇੱਕ ਫੰਡ ਵੀ ਇਕੱਠਾ ਕਰ ਰਹੀ ਹਾਂ। ਮੈਂ NGO ਨਾਲ ਕਿਉਂ ਸੰਪਰਕ ਕਰ ਰਹੀ ਹਾਂ? ਕਿਉਂਕਿ ਮੈਂ ਇੱਕ ਫੰਡ ਇਕੱਠਾ ਕਰ ਰਹੀ ਹਾਂ। ਕੁਝ ਸਾਡੇ ਥੈਲੋਸੀਮੀਆ ਵਿੱਚ ਕੁਝ ਇਹੋ ਜਿਹੇ ਲੋਕ ਨੇ ਜਿਹੜੇ ਕਿ ਅਫੋਰਡ ਨਹੀਂ ਕਰ ਸਕਦੇ, ਬਹੁਤ ਗਰੀਬ ਨੇ, ਬਿਲਕੁਲ। ਕਿ ਜੋ ਮੈਂ ਫੰਡ ਇਕੱਠਾ ਕਰਾਂਗੀ, ਜੋ ਮੈਨੂੰ ਆਰਗੇਨਾਈਜੇਸ਼ਨ ਇਕੱਠਾ ਕਰਕੇ ਦੇਣਗੇ ਜਾਂ ਯੂਥ ਮੈਨੂੰ ਕਲੈਕਟ ਕਰਕੇ ਦੇਗਾ, ਮੈਂ ਉਹਨਾਂ ਬੱਚਿਆਂ ਦੀ ਹੈਲਪ ਕਰਾਂਗੀ ਜੋ ਗਰੀਬ ਨੇ, ਜੋ ਪੇਰੈਂਟਸ ਬਿਲਕੁਲ ਕੁਝ ਵੀ ਨਹੀਂ ਕਰ ਸਕਦੇ। ਤੁਹਾਨੂੰ ਪਤਾ ਕਿ ਕਿਸੇ ਨੂੰ 15 ਦਿਨਾਂ ਬਾਅਦ, ਕਿਸੇ ਨੂੰ 30 ਦਿਨਾਂ ਬਾਅਦ ਬਲੱਡ ਦੇਣਾ ਪੈਂਦਾ ਔਰ ਕੁਝ ਪੇਰੈਂਟਸ ਇਹਨਾਂ ਚੀਜ਼ਾਂ ਲਈ ਬਲੱਡ ਨਹੀਂ ਦੇ ਪੈਸੇ ਨਹੀਂ ਦੇ ਸਕਦੇ, ਅਫੋਰਡ ਨਹੀਂ ਕਰ ਸਕਦੇ। ਬਲੱਡ ਅਰੇਂਜ ਕਰਨੇ ਮੈਨੂੰ ਲੱਗਦਾ ਬਹੁਤ ਵੱਡੀ ਪ੍ਰੋਬਲਮ ਹੈ ਔਰ ਇਸ ਲਈ ਮੈਂ ਫੰਡ ਕਲੈਕਟ ਕਰ ਰਹੀ ਹਾਂ ਔਰ ਜੋ ਫੰਡ ਮੇਰਾ ਕਲੈਕਟ ਹੋਏਗਾ ਉਹਨਾਂ ਬੱਚਿਆਂ ਲਈ ਜਾਏਗਾ ਜਿਹੜੇ ਗਰੀਬ ਨੇ। ਓਕੇ, ਬਹੁਤ ਹੀ ਅੱਛਾ ਮਿਸ਼ਨ ਤੁਹਾਡਾ। ਹੋਪ ਸੋ ਕਿ ਜ਼ਰੂਰ ਸਿਰੇ ਚੜ੍ਹੇ। ਜਿਹੜਾ ਤੁਸੀਂ ਇਹ ਮੋਟਿਵ ਲੈ ਕੇ ਚੱਲੇ ਹੋ ਥੈਲੋਸੀਮੀਆ ਦਾ, ਸਾਡਾ ਸਮਾਜ, ਸਾਡੀ ਸੁਸਾਇਟੀ ਤੁਹਾਨੂੰ ਜ਼ਰੂਰ ਸਾਥ ਦੇਵੇਗਾ ਔਰ ਮੈਨੂੰ ਉਮੀਦ ਹੈ ਕਿ ਤੁਸੀਂ ਆਪਣੇ ਇਸ ਮਿਸ਼ਨ ਦੇ ਵਿੱਚ ਆਪਣੀ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਵੋਗੇ। ਆਈ ਹੋਪ ਕਿ ਤੁਸੀਂ ਜਿੱਦਾਂ ਆਪਣੀ ਜ਼ਿੰਦਗੀ ਦੇ ਵਿੱਚ ਆਪਣੀ ਸਕਸੈਸ, ਆਪਣੀ ਪੁਲਾਂਘਾਂ ਦੇ ਨਾਲ ਪੜਦੇ ਅੱਗੇ ਵਧ ਰਹੇ ਹੋ, ਇਸ ਮਿਸ਼ਨ ਨੂੰ ਵੀ ਜ਼ਰੂਰ ਤੁਹਾਡੇ ਕਾਮਯਾਬੀ ਮਿਲੇ। ਤੁਸੀਂ ਸਾਡੇ ਸਟੂਡੀਓ ਵਿੱਚ ਆਏ, ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ।